ਸੁਣਿਆ ਕਿ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ। ਇਹ ਵੀ ਸੁਣਿਆ ਕਿ ਦਿੱਲੀੋਂ ਅਗਲੇ ਵਾਪਸ ਮੋੜੀ ਜਾਂਦੇ ਆ, ਚੜਨ ਦਿੰਦੇ ਹੀ ਨਹੀਂ ਪਏ। ਅੱਛਾ, ਇਹ ਵੀ ਹੁਣ ਸੁਣਿਆ ਕਿ ਹੁਣ ਤਾਂ ਖੁੱਲਣਾ ਹੀ ਨਹੀਂ ਦੁਬਾਰਾ, ਤੇ ਟਰੂਡੋ ਨੇ ਲੈ ਦੇ ਕੇ ਸਾਰੇ ਹੀ ਬੰਦ ਕਰਤਾ, ਕਹਿੰਦੇ ਹੁਣ ਕਿਸੇ ਨੂੰ ਚਾੜਨਾ ਨਹੀਂ। ਹੁਣ ਇਹ ਜੋ ਸਾਰੀਆਂ ਗੱਲਾਂ ਨੇ, ਇਹ ਤਿੰਨ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਆਲਮੋਸਟ ਮੇਰੇ ਤੱਕ ਪਹੁੰਚ ਰਹੀਆਂ ਨੇ। ਹਰ ਬੰਦਾ ਫੋਨ ਕਰਕੇ ਹੀ ਪੁੱਛ ਰਿਹਾ ਵੀ ਸਰ ਕੀ ਕਰੀਏ, ਕਦੋਂ ਅਪਲਾਈ ਕਰੀਏ, ਜਾਂ ਕਹ ਲਓ ਕਿ ਫਾਈਲ ਨੂੰ ਰੋਕ ਲਓ। ਵੈਲ, ਉਹ ਸਾਰਿਆਂ ਲਈ ਇਹ ਵੀਡੀਓ ਦੇਖਣੀ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਇਹਦੇ ਵਿੱਚ ਮੈਂ ਇਹੀ ਗੱਲਾਂ ਕਰੂੰਗਾ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਟ੍ਰੈਂਡ ਚੱਲ ਰਿਹਾ ਤੇ ਕੀ ਹਾਲਾਤ ਨੇ ਪ੍ਰੋਸੈਸਿੰਗ ਟਾਈਮ ਦੇ, ਜਾਂ ਕਹ ਲਓ ਕਿ ਵੀਜ਼ਾਸ ਆ ਵੀ ਰਹੇ ਨੇ ਕਿ ਨਹੀਂ। ਪਹਿਲੀ ਗੱਲ ਤਾਂ ਇੱਕ ਕਿ ਮੈਨੂੰ ਪਤਾ ਨਹੀਂ ਕਿਉਂ, ਆਈ ਡੋਨਟ ਨੋ ਵਾਈ ਦਿਸ ਇਜ਼ ਹੈਪਨਿੰਗ, ਬਟ ਡਰ ਜ਼ਰੂਰ ਸੀਗਾ ਕਿ ਪਿਛਲੇ ਹਫਤੇ ਜਦੋਂ ਇਹ ਸਾਰਾ ਕੁਝ ਹੋਇਆ, 19th ਆਫ ਸੈਪਟੈਂਬਰ ਜਾਂ 20th ਆਫ ਸੈਪਟੈਂਬਰ, ਕਿ ਪਤਾ ਨਹੀਂ ਕੀ ਹੋਊਗਾ, ਵਾਕਈ ਬੰਦ ਹੋ ਜਾਣਗੇ। ਬਟ ਜਿੱਦਾਂ ਕਲੈਰੀਫਿਕੇਸ਼ਨਸ ਹੋਰ ਆਉਂਦੀਆਂ ਰਹੀਆਂ, ਸਰਕਾਰਾਂ ਦੇ ਜੋ ਰਵੱਈਏ ਦਿਖਦੇ ਰਹੇ, ਉਸ ਅਕੋਰਡਿੰਗ ਹੁਣ ਇਸ ਵੇਲੇ ਹਾਲਤ ਇਹ ਹੈ ਕਿ ਵੀਜ਼ਾਸ ਆ ਰਹੇ ਨੇ। ਐਂਡ ਹੈਰਾਨੀ ਵਾਲੀ ਗੱਲ ਹੈ ਕਿ ਅੱਗੇ ਨਾਲੋਂ ਜ਼ਿਆਦਾ ਤੇਜ਼ ਆ ਰਹੇ ਨੇ। ਪਤਾ ਨਹੀਂ, ਮਾਈਟ ਵੀ ਲੋਕਾਂ ਨੇ ਅਪਲਾਈ ਕਰਨਾ ਥੋੜਾ ਜਿਹਾ ਘਟਾ ਦਿੱਤਾ। ਐਮਬੈਸੀ ਕਹਿ ਲਓ ਉਹਦੇ ਕੋਲ ਕਾਫੀ ਟਾਈਮ ਹੁਣ ਇਸ ਵੇਲੇ ਹੈਗਾ, ਤੇ ਉਹ ਜਿਹੜੀ ਪ੍ਰੋਸੈਸਿੰਗ ਅੱਗੇ 15 ਦਿਨ ਦੀ ਹੁੰਦੀ ਸੀਗੀ, ਉਹ ਲੈ ਦੇ ਕੇ 10 ਦਿਨ ਦੇ ਵਿੱਚ ਕਹਿ ਲਓ ਜਾਂ 7 ਦਿਨ ਦੇ ਵਿੱਚ ਵੀਜ਼ਾਸ ਆ ਰਹੇ ਨੇ। ਐਂਡ ਆ ਵੀ ਬੜੇ ਵਧੀਆ ਰਹੇ ਨੇ, ਮਤਲਬ ਉਹ ਪ੍ਰੋਫਾਈਲ ਸੇ ਵੀ ਵੀਜ਼ਾਸ ਆ ਰਹੇ ਨੇ ਜਿਨ੍ਹਾਂ ਤੋਂ ਕਹਿ ਲਓ ਕਿ ਸਾਨੂੰ ਉਮੀਦ ਨਹੀਂ ਸੀਗੀ, ਜਾਂ ਕਹਿ ਲਓ ਕਿ ਬਹੁਤ ਜ਼ਿਆਦਾ ਜ਼ੋਰ ਲੱਗਾ ਹੋਇਆ ਸੀਗਾ ਕਿ ਇਹਦਾ ਕਿਸੇ ਨੇ ਕਿਸੇ ਢੰਗ ਨਾਲ ਵੀਜ਼ਾ ਲੈਣਾ, ਉਹਨਾਂ ਦੇ ਵੀ ਵੀਜ਼ਾਸ ਆ ਰਹੇ ਨੇ। ਐਂਡ ਹੈਰਾਨੀ ਵਾਲੀ ਗੱਲ ਹੈ ਕਿ ਬੱਚਿਆਂ ਦੇ ਵੀਜ਼ਾਸ ਆ ਰਹੇ ਨੇ। ਲੈਟਸ ਸੇ ਅਗਰ ਕਿਸੇ ਬੱਚੇ ਦਾ ਅਪਲਾਈ ਅਸੀਂ ਕਰਦੇ ਹਾਂ, ਕਿਸੇ 7-8 ਸਾਲ ਦੇ ਬੱਚੇ ਦਾ, ਸੋ ਉਹ ਵੀ ਆ ਰਹੇ ਨੇ। ਹੁਣ ਇਹ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਅਸੀਂ ਬਾਕੀ ਲੋਕਾਂ ਨੂੰ ਸੁਣਦੇ ਆ, ਜਾਂ ਕਹ ਲਓ ਕਿ ਜੋ ਸਾਡੇ ਪਿੰਡਾਂ ਦੇ ਲੋਕਾਂ ਨੂੰ ਸੁਣਦੇ ਆ, ਉਹ ਇੱਕ ਬਹੁਤ ਰੂਮਰਸ ਦਾ ਇਸ ਵੇਲੇ ਸ਼ਿਕਾਰ ਹੋਏ ਨੇ। ਪਹਿਲੀ ਗੱਲ ਤਾਂ ਇੱਕ ਧਿਆਨ ਰੱਖੋ ਕਿ ਕੈਨੇਡਾ ਨੇ ਵੀਜ਼ੇ ਹਲੇ ਤੱਕ ਬੰਦ ਨਹੀਂ ਕੀਤੇ, ਤੇ ਨਾ ਉਹਨਾਂ ਨੇ ਕਰਨੇ ਆ, ਬਿਕੋਜ਼ ਉਹਨਾਂ ਨੂੰ ਮਾਈਗ੍ਰੈਂਟਸ ਦੀ ਲੋੜ ਹੈ, ਉਹਨਾਂ ਨੂੰ ਜ਼ਰੂਰਤ ਹੈ। ਉਹਨਾਂ ਦਾ ਦੇਸ਼ ਤਾਂ ਹੀ ਚੱਲੇਗਾ ਅਗਰ ਬਾਹਰੋਂ ਲੋਕ ਆ ਕੇ ਉੱਥੇ ਵਸਣਗੇ, ਉੱਥੇ ਰਹਿਣਗੇ ਐਂਡ ਕੰਮਕਾਰ ਕਰਨਗੇ। ਇਸ ਕਰਕੇ ਉਹ ਤਾਂ ਬੰਦ ਨਹੀਂ ਕਰ ਸਕਦੇ। ਇਹ ਇੱਕ ਰਿਐਲਿਟੀ ਹੈ, ਇਹਨੂੰ ਜਿੰਨੀ ਛੇਤੀ ਐਕਸੈਪਟ ਕਰ ਲਓ ਉਹ ਬਹੁਤ ਵਧੀਆ ਚੀਜ਼ ਹੈ, ਚਾਹੇ ਜਿੱਦਾਂ ਮਰਜ਼ੀ ਹਾਲਾਤ ਹੋ ਜਾਣ। ਦੂਜੀ ਗੱਲ, ਹੁਣ ਬੰਦ ਕੀਤੇ ਤੇ ਕੀਤੇ ਕਿ ਨੇ? ਬੰਦ ਕੀਤੇ ਭਾਈ ਇੰਡੀਆ ਦੀ ਸਰਕਾਰ ਨੇ। ਇੰਡੀਅਨ ਗਵਰਨਮੈਂਟ ਹੈਜ਼ ਸਸਪੈਂਡਡ ਦ ਵੀਜ਼ਾਸ ਫॉर द ਕੈਨੇਡੀਅਨ ਸਿਟੀਜ਼ਨਸ। ਠੀਕ ਹੈ, ਫॉर एग्जांपल ਲੈਟਸ ਸੇ ਅਗਰ ਕਿਸੇ ਨੇ ਕੈਨੇਡਾ ਦੇ ਸਿਟੀਜ਼ਨ ਨੇ ਇੰਡੀਆ 'ਚ ਟਰੈਵਲ ਕਰਨਾ, ਉਹ ਜਿਹੜੀ ਇੰਡੀਆ ਦੀ ਸਰਕਾਰ ਹੈ ਉਹਨੇ ਉਹ ਸਸਪੈਂਡ ਕੀਤਾ ਹੈ, ਉਹਦੀ ਪ੍ਰੋਸੈਸਿੰਗ ਬੰਦ ਕੀਤੀ ਹੈ। ਇੰਡੀਆ ਨੇ ਵੀਜ਼ੇ ਬੰਦ ਕੀਤੇ ਆ ਕੈਨੇਡੀਅਨਸ ਨੂੰ ਦੇਣਾ, ਕੈਨੇਡੀਅਨਸ ਨੇ ਵੀਜ਼ੇ ਬੰਦ ਨਹੀਂ ਕੀਤੇ ਕਿਸੇ ਨੂੰ ਦੇਣੇ। ਸੋ ਇਹ ਇੱਕ ਚੀਜ਼ ਨੂੰ ਪਲੀਜ਼ ਜਿੰਨੀ ਛੇਤੀ ਸਮਝੋਗੇ ਉਹਨਾਂ ਚੰਗੀ ਇੱਕ ਹਾਲਤ ਤੁਹਾਡੀ ਹੋਏਗੀ, ਉਹਨਾਂ ਚੰਗਾ ਤੁਹਾਡਾ ਕਹ ਲਓ ਕਿ ਸਭ ਕੁਝ ਇੱਕ ਵਧੀਆ ਡਿਸੀਜਨ ਲੈ ਪਾਓਗੇ। ਅੱਛਾ, ਹੁਣ ਇਹ ਸਾਰੀ ਕਸ਼ਮਕਸ਼ ਦੇ ਵਿੱਚ ਜੋ ਸਾਰੀ ਇਹ ਕਨਫਿਊਜ਼ਨ ਚੱਲ ਰਹੀ ਹੈ, what is the right time to apply? ਹੁਣ ਇੱਕ ਚੀਜ਼ ਧਿਆਨ ਨਾਲ ਸਮਝੋ, ਦਸੰਬਰ ਦੇ ਵਿੱਚ ਛੁੱਟੀਆਂ ਹੋਣੀਆਂ ਨੇ, ਠੀਕ ਹੈ, ਜਾਂ ਦਸੰਬਰ ਦੇ ਵਿੱਚ ਜੈਨ ਇਨਟੇਕ ਵੀ ਮਤਲਬ ਅਗਲਾ ਹੁੰਦਾ ਹੀ ਹੈ, ਮਈ ਇਨਟੇਕ ਵੀ ਹੁੰਦਾ ਹੀ ਆ, ਠੀਕ ਹੈ। ਮੈਂ ਦੋਵਾਂ ਦੀ ਗੱਲ ਕਰ ਰਿਹਾ, ਵਿਜ਼ਟਰ ਵੀਜ਼ਾ ਹੋ ਗਿਆ, ਚਾਹੇ ਉਹ ਸਟੱਡੀ ਵੀਜ਼ਾ ਹੋ ਗਿਆ, ਚਾਹੇ ਇਵਨ ਸੁਪਰ ਵੀਜ਼ਾ ਹੋ ਗਿਆ, ਜਿਹੜਾ ਮਰਜ਼ੀ ਹੋ ਗਿਆ। ਐਂਡ ਆਫ ਦ ਡੇ ਮਾਈ ਸੁਜੈਸ਼ਨ ਇਜ਼ ਦੈਟ ਦਿਸ ਇਜ਼ ਅ ਰਾਈਟ ਟਾਈਮ, ਬਿਕੋਜ਼ ਐਮਬੈਸੀ ਜਿਹੜੀ ਹੈਗੀ ਆ ਉਹ ਟੋਟਲੀ ਇਸ ਵੇਲੇ ਕਹਿ ਲਓ ਇੱਕ ਬਹੁਤ ਵਧੀਆ ਰਿਸਪੌਂਸ ਕਰ ਰਹੀ ਹੈ। ਉਮੀਦ ਨਹੀਂ ਸੀਗੀ, ਬਟ ਦੇ ਆਰ ਡੂਇੰਗ ਇਟ। ਮਾਈਟ ਬੀ ਦਿਸ ਇਜ਼ ਪਾਰਟ ਆਫ ਸਮ ਪੋਲਿਟਿਕਸ ਕਿ ਅਸੀਂ ਵੱਧ ਤੋਂ ਵੱਧ ਕਹਿ ਲਓ ਕਿ ਜਿੰਨੇ ਰੈਲੇ ਹੋਵਾਂਗੇ ਜਾਂ ਵੱਧ ਤੋਂ ਵੱਧ ਵੀਜ਼ਾ ਦੇਵਾਂਗੇ, ਸਾਡੀ ਕਹਿ ਲਓ ਕਿ ਇੱਕ ਵਰਲਡ ਵਾਈਡ ਸਾਡੀ ਇੱਕ ਇਮੇਜ ਬਹੁਤ ਵਧੀਆ ਕੈਨੇਡਾ ਦੀ ਹੋਏਗੀ। ਸੋ ਮਾਈਟ ਬੀ ਲਾਈਕ ਦੈਟ, ਜਾਂ ਕਹਿ ਲਓ ਕਿ ਅਗਲੇ ਸਾਲ ਇਲੈਕਸ਼ਨਸ ਹੈਗੇ ਨੇ, ਇਸ ਕਰਕੇ ਟਰੂਡੋ ਵਾਂਟਸ ਕਿ ਜਿੰਨੇ ਵੱਧ ਤੋਂ ਵੱਧ ਮੈਂ ਉੱਥੋਂ ਦੇ ਜਿਹੜੇ ਲੋਕਲ ਜਿਹੜੇ ਲੋਕ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਬੁਲਾ ਸਕੀਏ ਫॉर ਅ ਵਿਜ਼ਿਟ, ਜਾਂ ਕਹਿ ਲਓ ਕਿ ਜਿਹੜੇ ਚਾਹੁੰਦੇ ਨੇ ਕਿ ਆਪਣੇ ਭੈਣ ਭਰਾਵਾਂ ਨੂੰ ਕੈਨੇਡਾ ਸਟੱਡੀ ਵੀਜ਼ਾ ਤੇ ਬੁਲਾ ਸਕੀਏ, ਉਹਨਾਂ ਨੂੰ ਮੈਂ ਜਿੰਨੇ ਵੱਧ ਤੋਂ ਵੱਧ ਵੀਜ਼ੇ ਦੇ ਸਕਾਂ ਮੈਂ ਦਵਾਂ। ਸੋ ਦਿਸ ਇਜ਼ ਦ ਟ੍ਰੈਂਡ ਰਾਈਟ ਨਾਓ। ਵੀਜ਼ਾਸ ਰਿਜੈਕਟ ਨਹੀਂ ਹੋ ਰਹੇ। ਪ੍ਰੋਸੈਸਿੰਗ ਟਾਈਮ ਜਿਹੜੀ ਸਾਨੂੰ ਉਮੀਦ ਸੀਗੀ ਕਿ ਡਿਲੇ ਹੋਊਗੀ, ਜ਼ਿਆਦਾ ਡਿਲੇ ਹੋਊਗੀ, 2-2 ਮਹੀਨੇ ਹੋ ਜਾਣਗੇ, ਵੀਜ਼ਾਸ ਉਹ ਨਹੀਂ ਹੋ ਰਹੇ ਹੈਗੇ, ਉਹ ਸਗੋਂ ਜ਼ਿਆਦਾ ਤੇਜ਼ ਹੋ ਰਹੇ ਨੇ, ਜ਼ਿਆਦਾ ਤੇਜ਼ ਪ੍ਰੋਸੈਸਿੰਗ ਹੋ ਰਹੀ ਹੈ ਐਂਡ ਜਲਦੀ ਵੀਜ਼ਾਸ ਆ ਰਹੇ ਨੇ। ਐਂਡ ਜਿੱਥੋਂ ਤੱਕ ਗੱਲ ਰਹੀ ਬਾਇਓਮੈਟ੍ਰਿਕ ਦੀ, ਜਾਂ ਕਹ ਲਓ ਕਿ ਪਾਸਪੋਰਟ ਸਬਮਿਸ਼ਨ ਦੀ, they are also very quick। ਉਹ ਬੜੇ ਆਰਾਮ ਦੇ ਨਾਲ ਹਫਤੇ ਬਾਅਦ ਤੁਹਾਨੂੰ ਹਲੇ ਵੀ ਬਾਇਓਮੈਟ੍ਰਿਕ ਮਿਲ ਰਹੀ ਹੈ, ਤੁਹਾਨੂੰ ਕਹਿ ਲਓ ਕਿ ਬੜੇ ਆਰਾਮ ਦੇ ਨਾਲ ਪਾਸਪੋਰਟ ਜਿਹੜਾ ਤੁਸੀਂ ਸਬਮਿਟ ਕਰਦੇ ਹੋ ਫॉर द ਸਟੈਂਪਿੰਗ ਐਂਡ ਆਲ, ਉਹ ਤੁਹਾਨੂੰ ਮਿਲ ਰਿਹਾ। ਸੋ ਪ੍ਰੋਸੈਸਿੰਗ ਕਿਤੇ ਵੀ ਨਹੀਂ ਰੁਕੀ। ਐਂਡ ਆਫ ਦ ਡੇ what is required is wisdom ਕਿ ਰਾਈਟ ਟਾਈਮ ਕੀ ਹੈਗਾ ਅਪਲਾਈ ਕਰਨ ਦਾ।
ਠੀਕ ਹੈ। ਐਂਡ ਦੈਟ ਡਿਪੈਂਡਸ ਫਰੋਮ ਪ੍ਰੋਫਾਈਲ ਟੂ ਪ੍ਰੋਫਾਈਲ, ਉਹ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਦਾ ਆ, ਉਹ ਦੇਖਣਾ ਪੈਂਦਾ ਹੈ ਕਿ ਇਹ ਫਾਈਲ ਨੂੰ ਹੁਣ ਲਈਏ ਕਿ ਕਦੋਂ ਲਈਏ। ਸੋ ਅਗਰ ਕਿਸੇ ਬੰਦੇ ਨੂੰ, ਅਗਰ ਕਿਸੇ ਬੱਚੇ ਨੂੰ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਹੈ ਵਿਦ ਮੀ, ਠੀਕ ਹੈ, ਉਹ ਕਮੈਂਟ ਬਾਕਸ ਵਿੱਚ ਇੱਕ ਵਾਰੀ ਥੰਬਸ ਅਪ ਦੇ ਦੇਵੇ। ਆਈ ਵਿਲ ਟਰਾਈ ਮਾਈ ਲੈਵਲ ਬੈਸਟ ਕਿ ਮੈਂ ਛੇਤੀ ਤੋਂ ਛੇਤੀ ਉਸ ਬੰਦੇ ਨਾਲ ਜਾਂ ਉਸ ਬੱਚੇ ਨਾਲ ਕੰਟੈਕਟ ਕਰ ਸਕਾਂ, ਸੋ ਦੈਟ ਆਪਾਂ ਇਸ ਚੀਜ਼ ਨੂੰ ਨਾ ਇੱਕ ਡਿਸਕਸਿਵ ਵੇ ਦੇ ਨਾਲ ਅਪਲਾਈ ਕਰ ਸਕੀਏ ਐਂਡ ਵੀ ਕੈਨ ਗੈਟ ਦ ਵੀਜ਼ਾ ਫॉर योर ਬੈਟਰ ਲਾਈਫ। ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਹੁੰਦਾ ਕੀ ਹੈ, ਜਦੋਂ ਅਸੀਂ ਫॉर ਐਗਜ਼ਾਮਪਲ ਕਹਿ ਲਓ ਕਿ ਅਪਲਾਈ ਕਰਦੇ ਹਾਂ ਐਂਡ ਕਰਦੇ ਕਰਦੇ ਸਾਨੂੰ ਇਹੀ ਨਹੀਂ ਪਤਾ ਲੱਗਦਾ ਕਿ ਸਾਡਾ ਮੇਨ ਮੋਟਿਵ ਕੀ ਹੈ ਤੇ ਵੀਜ਼ਾ ਰਿਫਿਊਜ਼ ਹੋ ਜਾਂਦਾ। ਫਰਸਟਲੀ ਦ ਮੋਟਿਵ ਹੈਜ਼ ਟੂ ਬੀ ਕਲੀਅਰ ਐਂਡ ਉਹ ਤੋਂ ਬਾਅਦ ਅਪਲਾਈ ਕਰਨਾ ਚਾਹੀਦਾ ਹੈ। ਐਂਡ ਟੂ ਬੀ ਵੈਰੀ ਫਰੈਂਕ, ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਲਾਸਟ ਫਰਾਈਡੇ ਤੋਂ ਲੈ ਕੇ ਹੁਣ ਤੱਕ ਇਹ ਜੋ ਮੈਂ ਜਿੰਨੇ ਸਾਡੇ ਵੀਜ਼ਾਸ ਆਏ ਨੇ, ਜਿੱਦਾਂ ਦੀ ਪ੍ਰੋਸੈਸਿੰਗ ਮੈਂ ਦੇਖ ਰਿਹਾ, ਜਿੱਦਾਂ ਦੇ ਪਾਸਪੋਰਟ ਸਾਨੂੰ ਰਿਸੀਵ ਹੋਏ ਨੇ, ਮੈਂ ਸਾਰੀਆਂ ਗੱਲਾਂ ਉਹ ਸੋਚ ਸਮਝ ਕੇ ਜਾਂ ਉਹਨਾਂ ਨੂੰ ਦੇਖ ਕੇ ਹੀ ਤੁਹਾਡੇ ਨਾਲ ਕਰ ਰਿਹਾ, which I was not expecting as well। ਮੈਨੂੰ ਵੀ ਨਹੀਂ ਲੱਗ ਰਿਹਾ ਸੀਗਾ, ਮੈਨੂੰ ਲੱਗ ਰਿਹਾ ਸੀਗਾ ਲੈ ਵੀ ਗੇਮ ਫਸ ਗਈ, ਹੁਣ ਬਹੁਤ ਬੁਰੀ ਛੁੱਟਣੀ ਆ, ਬਟ ट्रेंड्स आर गोइंग गुड, या कह लो कि ਉਹ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਉਹ ਇੱਕ ਪੋਲੀਟੀਕਲ ਜੋ ਹਾਲਾਤ ਨੇ ਉਹਨਾਂ ਨੂੰ ਪਰੇ ਰੱਖ ਦਈਏ, ਦਾ ਇਮੀਗ੍ਰੇਸ਼ਨ ਪਾਰਟ ਇਜ਼ ਗੋਇੰਗ ਵੈਰੀ ਗ੍ਰੇਟ। ਅੱਛਾ, ਜਿੱਥੋਂ ਤੱਕ ਗੱਲ ਰਹੀ, ਹੁਣ ਚਲੋ ਇਸ ਬਾਰੇ ਥੋੜਾ ਹੋਰ ਗੱਲ ਕਰ ਲੈਂਦੇ ਆ ਕਿ ਹਾਲਾਤ ਕੀ ਨੇ ਕੈਨੇਡਾ ਦੇ, ਇਹਦੇ ਬਾਰੇ ਗੱਲ ਕਰਨੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਬੱਚਿਆਂ ਨਾਲ ਵੀ ਉੱਥੇ ਗੱਲ ਹੋ ਰਹੀ ਸੀਗੀ। ਹਾਲਾਤ ਮਾੜੇ ਨੇ, ਮੈਂ ਬੜਾ ਬਲੰਟਲੀ ਕਹਿ ਰਿਹਾ, ਹਾਲਾਤ ਮਾੜੇ ਨੇ, ਬਟ ਗੱਲ ਉਹੀ ਆ ਜਾਂਦੀ ਹੈ ਕਿ ਹਮੇਸ਼ਾ ਮਾੜੇ ਨਹੀਂ ਰਹਿਣਗੇ। 1 ਸਾਲ ਮਾੜਾ ਹੋ ਸਕਦਾ, 2 ਸਾਲ ਮਾੜੇ ਹੋ ਸਕਦੇ ਆ। ਹਰ ਇੱਕ ਡਿਪਰੈਸ਼ਨ ਤੋਂ ਬਾਅਦ, ਹਰ ਇੱਕ ਰਿਸੈਸ਼ਨ ਤੋਂ ਬਾਅਦ ਦੁਬਾਰਾ ਇਕਨੋਮੀ ਬੂਸਟ ਅਪ ਹੁੰਦੀ ਹੈ। ਐਂਡ ਪਿਛਲੇ ਅਗਰ ਅਸੀਂ ਕਹ ਲਓ ਕਿ 200 ਸਾਲ ਦਾ ਝਾਤ ਮਾਰ ਲਈਏ, ਅਮਰੀਕਾ ਐਂਡ ਕੈਨੇਡਾ ਆਰ ਦ ਓਨਲੀ ਕੰਟਰੀਜ਼ ਜਿਨ੍ਹਾਂ ਨੇ ਆਪਣੇ ਆਪ ਨੂੰ ਸਰਵਾਈਵ ਕੀਤਾ ਥਰੂ ਐਵਰੀ ਪੈਂਡੈਮਿਕ, ਐਵਰੀ ਨੋਸ਼ਨ ਐਂਡ ਐਵਰੀ ਡਿਪਰੈਸ਼ਨ ਐਂਡ ਰਿਸੈਸ਼ਨ। ਸੋ ਇਹ ਚੀਜ਼ ਇੱਕ ਧਿਆਨ ਰੱਖੋ ਕਿ ਦੇ ਆਰ ਹੈਵਿੰਗ ਦ ਬੈਡ ਟਾਈਮ, ਵੀ ਨੋ ਦੈਟ, ਬਟ ਐਂਡ ਆਫ ਦ ਡੇ ਪੂਰੀ ਦੁਨੀਆ ਨਾਲੋਂ ਹੱਲੇ ਵੀ ਅਸੀਂ ਕਹਿ ਸਕਦੇ ਆ ਕਿ ਇਮੀਗ੍ਰੇਸ਼ਨ ਪਾਲਿਸੀ ਪਲੱਸ ਦੇ ਉਹਨਾਂ ਦੇ ਲੋਕਲ ਉੱਥੋਂ ਦੇ ਹਾਲਾਤ ਨੇ, ਦੇ ਆਰ ਮਚ ਫਾਰ ਬੈਟਰ ਦੈਨ ਦ ਹੋਲ ਵਰਲਡ। ਠੀਕ ਹੈ, ਸੋ ਦਿਸ ਇਜ਼ ਯੋਰ ਟਾਈਮ, seize your opportunity and apply as soon as you want because ਇਹੀ ਇੱਕ ਰਾਈਟ ਟਾਈਮ ਹੈਗਾ, ਤੁਸੀਂ ਕਰ ਸਕਦੇ ਹੋ। ਉਮੀਦ ਹੈ ਅੱਜ ਦੀਆਂ ਜੋ ਮੈਂ ਗੱਲਾਂ ਕੀਤੀਆਂ ਤੁਹਾਨੂੰ ਇੱਕ ਰਿਐਲਿਟੀ ਚੈੱਕ ਹੋਣਗੀਆਂ, ਤੁਹਾਨੂੰ ਥੋੜਾ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰ ਪਾਓਗੇ ਐਂਡ ਆਪਣਾ ਇੱਕ ਵਧੀਆ ਡਿਸੀਜਨ ਲੈ ਪਾਓਗੇ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।